ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਗੁਰਬਾਣੀ ਦਾ ਪਾਵਨ ਅੰਗ 48 ਸਰਵਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪੰਜਵਾਂ। शरण पै प्रभ अपने, गुर होआ किरपाल। सतगुर कै उपदेसै, बिनसे सर्ब जंजाल। अंदर लग्गा राम नाम, अमृत नदर निहाल। मन मेरे सतगुर सेवा सार। करे दया प्रभु अपनी, एक निमख ना मनहुँ विसार। रहाओ गुण गोविंद नित गावीਐ, अवगुण कट्टन हार। बिन हर नाम ना सुख होए, कर डिठे बिसथार। सहजे सिफती रत्या, भवजल उतरे पार। तीरथ वर्त लख संजमा, पाइयै साधु धूर। लोक कमावै किस ते, जा वेखै सदा हदूर। थान थनंतर रव रहया, प्रभ मेरा भरपूर। सच पातशाही अमर सच, सच्चे सच्चा थान। सच्ची कुदरत धारियन, सच सिरजियो न जहान। नानक जपियै सच नाम, हाँ सदा सदा कुर्बान। अर्थ सरवण करिए। अर्थ, हे मेरे मन, गुरु दी दसी होई सेवा ध्यान नाल कर। परमात्मा ਨੂੰ ਅੱਖ ਦੇ ਫੋਰ ਜਿਤਨੇ ਸਮੇਂ ਵਾਸਤੇ ਵੀ ਆਪਣੇ ਮਨ ਤੋਂ ਨਾ ਭੁਲਾ। ਜਿਹੜਾ ਮਨੁੱਖ ਇਹ ਉਦਮ ਕਰਦਾ ਹੈ, ਪਰਮਾਤਮਾ ਉਸ ਉੱਤੇ ਆਪਣੀ ਮਿਹਰ ਕਰਦਾ ਹੈ। ਰਹਾਓ ਜਿਸ ਮਨੁੱਖ ਉੱਤੇ ਗੁਰੂ ਦਇਆਵਾਨ ਹੁੰਦਾ ਹੈ, ਉਹ ਆਪਣੇ ਪਰਮਾਤਮਾ ਦੀ ਸ਼ਰਨ ਪੈਂਦਾ ਹੈ। ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਉਸ ਮਨੁੱਖ ਦੇ ਮਾਇਆ ਮੋਹ ਵਾਲੇ ਸਾਰੇ ਜੰਜਾਲ ਨਾਸ ਹੋ ਜਾਂਦੇ ਹਨ। ਉਸ ਦਾ ਹਿਰਦਾ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਰਹਿੰਦਾ ਹੈ। ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਉਸ ਦਾ ਹਿਰਦਾ ਖਿੜ ਆਉਂਦਾ ਹੈ। ਹੇ ਭਾਈ, ਸਦਾ ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਹਨ। ਪਰਮਾਤਮਾ ਦੇ ਗੁਣ ਸਾਰੇ ਔਗਣਾਂ ਨੂੰ ਕੱਟਣ ਦੀ ਸਮਰੱਥਾ ਰੱਖਦੇ ਹਨ। ਅਸਾਂ ਮਾਇਆ ਦੇ ਅਨੇਕਾਂ ਖਿਲਾਰੇ ਕਰਕੇ ਵੇਖ ਲਿਆ ਹੈ। ਭਾਵ ਇਹ ਯਕੀਨ ਜਾਣੋ ਕਿ ਮਾਇਆ ਦੇ ਅਨੇਕਾਂ ਖਿਲਾਰਿਆਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਆਤਮਿਕ ਆਨੰਦ ਨਹੀਂ ਮਿਲਦਾ। ਆਤਮਿਕ ਅਡੋਲਤਾ ਵਿੱਚ ਟਿਕ ਕੇ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਪਿਆਰ ਪਾਇਆ ਜੀਵ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਹੇ ਭਾਈ, ਗੁਰੂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨੀ ਚਾਹੀਦੀ ਹੈ। ਇਹੀ ਹੈ ਤੀਰਥਾਂ ਦੇ ਇਸ਼ਨਾਨ, ਇਹੀ ਹੈ ਵਰਤ ਰੱਖਣੇ, ਇਹੀ ਹੈ ਇੰਦਰੀਆਂ ਨੂੰ ਵਸ ਕਰਨ ਦੇ ਲੱਖਾਂ ਉਦਮ। ਪਰਮਾਤਮਾ ਇਹਨਾਂ ਬਾਹਰਲੇ ਧਾਰਮਿਕ ਸੰਜਮਾਂ ਨਾਲ ਨਹੀਂ ਪਤੀਜਦਾ। ਉਹ ਤਾਂ
ਜੀਵਾਂ ਦੇ ਅੰਗ ਸੰਗ ਰਹਿ ਕੇ ਸਦਾ ਜੀਵਾਂ ਦੇ ਸਭ ਲੁਕਾਵੇਂ ਕੀਤੇ ਕੰਮ ਵੀ ਵੇਖਦਾ ਹੈ। ਫਿਰ ਵੀ ਮੂਰਖ ਮਨੁੱਖ ਕਿਸ ਤੋਂ ਲੁਕ ਕੇ ਮੰਦੇ ਕਰਮ ਕਰਦਾ ਹੈ। ਪਰਮਾਤਮਾ ਤਾਂ ਹਰੇਕ ਥਾਂ ਵਿੱਚ ਪੂਰੇ ਤੌਰ ਤੇ ਵਿਆਪਕ ਹੈ। ਪਰਮਾਤਮਾ ਦੀ ਪਾਤਸ਼ਾਹੀ ਸਦਾ ਕਾਇਮ ਰਹਿਣ ਵਾਲੀ ਹੈ। ਪਰਮਾਤਮਾ ਦਾ ਹੁਕਮ ਅਟਲ ਹੈ। ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦਾ ਥਾਂ ਵੀ ਸਦਾ ਕਾਇਮ ਰਹਿਣ ਵਾਲਾ ਹੈ। ਉਸ ਸਦਾ ਥਿਰ ਪਰਮਾਤਮਾ ਨੇ ਅਟਲ ਕੁਦਰਤ ਰਚੀ ਹੋਈ ਹੈ ਤੇ ਇਹ ਸਾਰਾ ਜਗਤ ਪੈਦਾ ਕੀਤਾ ਹੋਇਆ ਹੈ। ਉਸ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। ਹੇ ਨਾਨਕ, ਆਖ ਮੈਂ ਉਸ ਪਰਮਾਤਮਾ ਤੋਂ ਸਦਾ ਹੀ ਸਦਕੇ ਜਾਂਦਾ ਹਾਂ। ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪੰਜਵਾਂ। ਉਦਮ ਕਰ ਹਰ ਜਾਪਣਾ, ਵੱਡ ਭਾਗੀ ਧਨ ਖਾਟ। ਸੰਤ ਸੰਗ ਹਰ ਸਿਮਰਣਾ, ਮਲ ਜਨਮ ਜਨਮ ਕੀ ਕਾਟ। ਮਨ ਮੇਰੇ RAM ਨਾਮ ਜਪ ਜਾਪ, ਮਨ ਇੱਛੇ ਫਲ ਪੁੰਚ ਤੂ। ਸਭ ਚੁਕੈ ਸੋਗ ਸੰਤਾਪ, ਰਹਾਉ ਜਿਸ ਕਾਰਨ ਤਨ ਧਾਰਿਆ। ਸੋ ਪ੍ਰਭ ਡਿਠਾ ਨਾਲ, ਜਲ ਥਲ ਮਹੀਲ ਪੂਰਿਆ। ਪ੍ਰਭ ਆਪਣੀ ਨਦਰ ਨਿਹਾਲ, ਮਨ ਤਨ ਨਿਰਮਲ ਹੋਇਆ। ਲਾਗੀ ਸਾਚ ਪ੍ਰੀਤ, ਚਰਨ ਭਜੇ ਪਾਰ ਬ੍ਰਹਮ ਕੇ। ਸਭ ਜਪ ਤਪ ਤਿਨਹੀ ਕੀਤ, ਰਤਨ ਜਵੇਹਰ ਮਾਣਕਾ। ਅੰਮ੍ਰਿਤ ਹਰਿ ਕਾ ਨਾਉ, ਸੂਖ ਸਹਿਜ ਆਨੰਦ ਰਸ। ਜਨ ਨਾਨਕ ਹਰਿ ਗੁਣ ਗਾਉ। ਅਰਥ, ਹੇ ਮੇਰੇ ਮਨ, ਪਰਮਾਤਮਾ ਦਾ ਨਾਮ ਜਪ। ਪਰਮਾਤਮਾ ਦੇ ਨਾਮ ਦਾ ਜਾਪ ਜਪ। ਸਿਮਰਨ ਦੀ ਬਰਕਤ ਨਾਲ ਤੂੰ ਮਨ ਭਾਉਂਦੇ ਫਲ ਪ੍ਰਾਪਤ ਕਰੇਗਾ ਤੇ ਤੇਰਾ ਸਾਰਾ ਦੁੱਖ ਕਲੇਸ਼ ਸਹਿਮ ਦੂਰ ਹੋ ਜਾਏਗਾ। ਰਹਾਓ, ਹੇ ਮਨ, ਉਦਮ ਕਰਕੇ ਪਰਮਾਤਮਾ ਦਾ ਨਾਮ ਸਿਮਰ। ਵੱਡੇ ਭਾਗਾਂ ਨਾਲ ਪਰਮਾਤਮਾ ਦਾ ਨਾਮ ਧਨ ਇਕੱਠਾ ਕਰ। ਸਾਧ ਸੰਗਤ ਵਿੱਚ ਰਹਿ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਿਆਂ ਤੂੰ ਜਨਮਾਂ ਜਨਮਾਂ ਵਿੱਚ ਕੀਤੇ ਵਿਕਾਰਾਂ ਦੀ ਮੈਲ ਦੂਰ ਕਰ ਲਏਗਾ। ਹੇ ਭਾਈ, ਇਸੇ ਮਨੋਰਥ ਵਾਸਤੇ ਤੂੰ ਇਹ ਮਨੁੱਖਾ ਜਨਮ ਹਾਸਲ ਕੀਤਾ ਹੈ। ਜਿਸ ਮਨੁੱਖ ਨੇ ਇਹ ਮਨੋਰਥ ਪੂਰਾ ਕੀਤਾ ਹੈ, ਪ੍ਰਭੂ ਦਾ ਨਾਮ ਸਿਮਰਿਆ ਹੈ, ਉਸ ਨੇ ਪਰਮਾਤਮਾ ਨੂੰ ਆਪਣੇ ਅੰਗ ਸੰਗ ਵਸਦਾ ਵੇਖ ਲਿਆ ਹੈ। ਉਸ ਨੂੰ ਇਹ ਨਿਸ਼ਚਾ ਬਣ ਗਿਆ ਹੈ ਕਿ ਪ੍ਰਭੂ ਜਲ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ ਹਰ ਥਾਂ ਮੌਜੂਦ ਹੈ ਤੇ ਸਭ ਜੀਵਾਂ ਨੂੰ ਆਪਣੀ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ। ਜਿਸ ਮਨੁੱਖ ਦੀ ਪ੍ਰੀਤ ਸਦਾ ਥਿਰ ਪਰਮਾਤਮਾ ਨਾਲ ਬਣ ਜਾਂਦੀ ਹੈ,
ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਉਸ ਦਾ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ। ਭਾਵ ਉਸ ਦੇ ਸਾਰੇ ਗਿਆਨ ਇੰਦਰੀ ਵਿਕਾਰਾਂ ਵੱਲੋਂ ਹਟ ਜਾਂਦੇ ਹਨ। ਜਿਸ ਮਨੁੱਖ ਨੇ ਅਕਾਲ ਪੁਰਖ ਦੇ ਚਰਨ ਸੇਵੇ ਹਨ, ਮਾਨੋ ਉਹ ਸਾਰੇ ਜਪ, ਸਾਰੇ ਤਪ ਉਸੇ ਨੇ ਹੀ ਹਾਸਲ ਕਰ ਲਏ ਹਨ। ਪਰਮਾਤਮਾ ਦਾ ਅਟਲ ਆਤਮਿਕ ਜੀਵਨ ਦੇਣ ਵਾਲਾ ਨਾਮ ਹੀ ਅਸਲੀ ਰਤਨ, ਜਵਾਹਰ ਤੇ ਮੋਤੀ ਹੈ, ਕਿਉਂਕਿ ਨਾਮ ਦੀ ਬਰਕਤ ਨਾਲ ਹੀ ਆਤਮਿਕ ਅਡੋਲਤਾ ਦੇ ਸੁਖ, ਆਨੰਦ ਦੇ ਰਸ ਪ੍ਰਾਪਤ ਹੁੰਦੇ ਹਨ। ਹੇ ਦਾਸ ਨਾਨਕ, ਸਦਾ ਪ੍ਰਭੂ ਦੇ ਗੁਣ ਗਾ। ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪੰਜਵਾਂ। ਸੋਈ ਸਾਸਤ ਸੋਣ ਸੋਏ, ਜਿਤ ਜਪੀਐ ਹਰ ਨਾਉ। ਚਰਨ ਕਮਲ ਗੁਰ ਧਨ ਦੀਆ, ਮਿਲਿਆ ਨਿਥਾਵੇ ਥਾਉ। ਸਾਚੀ ਪੂੰਜੀ ਸਚ ਸੰਜਮੋ, ਆਠ ਪਹਿਰ ਗੁਣ ਗਾਓ। ਕਰ ਕਿਰਪਾ ਪ੍ਰਭ ਭੇਟਿਆ, ਮਰਨ ਨ ਆਵਣ ਜਾਉ। ਮੇਰੇ ਮਨ ਹਰ ਭਜ, ਸਦਾ ਇੱਕ ਰੰਗ। ਘਟ ਘਟ ਅੰਤਰ ਰਵ ਰਹਿਆ, ਸਦਾ ਸਹਾਈ ਸੰਗ ਰਹਾਉ। ਸੁਖਾ ਕੀ ਮਿਤ ਕਿਆ ਗਣੀ, ਜਾ ਸਿਮਰੀ ਗੋਵਿੰਦ। ਜਿਨ ਚਾਖਿਆ ਸੇ ਤ੍ਰਿਪਤਾਸਿਆ, ਉਹ ਰਸ ਜਾਣੈ ਜਿੰਦ। ਸੰਤਾਂ ਸੰਗਤ ਮਨ ਵਸੈ, ਪ੍ਰਭ ਪ੍ਰੀਤਮ ਬਖਸ਼ਿੰਦ। ਜਿਨ ਸੇਵਿਆ ਪ੍ਰਭ ਆਪਣਾ, ਸੋਈ ਰਾਜ ਨਰਿੰਦ। ਅਵਸਰ ਹਰ ਜਸ ਗੁਣ ਰਮਣ, ਜਿਤ ਕੋਟ ਮੱਜਨ ਇਸ਼ਨਾਨ। ਰਸਨਾ ਉਚਰੈ ਗੁਣਵਤੀ, ਕੋਇ ਨਾ ਪੁੱਜੈ ਦਾਨ। ਦ੍ਰਿਸ਼ਟ ਧਾਰ ਮਨ ਤਨ ਵਸੈ, ਦਇਆਲ ਪੁਰਖ ਮਿਹਰਬਾਨ। ਜੀਉ ਪਿੰਡ ਧਨ ਤਿਸ ਦਾ, ਹੋ ਸਦਾ ਸਦਾ ਕੁਰਬਾਨ। ਮਿਲਿਆ ਕਦੇ ਨਾ ਵਿਛੜੈ, ਜੋ ਮਿਲਿਆ ਕਰਤਾਰ। ਦਾਸਾ ਕੇ ਬੰਧਨ ਕੱਟਿਆ, ਸਾਚੈ ਸਿਰਜਨਹਾਰ। ਭੂਲਾ ਮਾਰਗ ਪਾਇਓ ਨਾ, ਗੁਣ ਅਵਗੁਣ ਨਾ ਵਿਚਾਰ। ਨਾਨਕ ਤਿਸ ਸਰਨਾਗਤੀ, ਜੇ ਸਗਲ ਘਟਾਇਆ ਧਾਰ। ਅਰਥ, ਹੇ ਮੇਰੇ ਮਨ, ਪਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਸਦਾ ਪਰਮਾਤਮਾ ਦਾ ਭਜਨ ਕਰ। ਉਹ ਪਰਮਾਤਮਾ ਹਰੇਕ ਸਰੀਰ ਵਿੱਚ ਵਿਆਪਕ ਹੈ। ਉਹ ਸਦਾ ਸਹਾਇਤਾ ਕਰਨ ਵਾਲਾ ਹੈ। ਉਹ ਸਦਾ ਅੰਗ ਸੰਗ ਰਹਿੰਦਾ ਹੈ। ਰਹਾਓ। ਪਰ ਹੇ ਮਨ, ਗੁਰੂ ਦੀ ਸ਼ਰਨ ਪਿਆ ਹੀ ਨਾਮ ਸਿਮਰ ਸਕੀਦਾ ਹੈ। ਉਹ ਗੁਰੂ ਹੀ ਸ਼ਾਸਤਰ ਹੈ। ਉਹ ਗੁਰੂ ਹੀ ਜੋਤਿਸ਼ ਸ਼ਾਸਤਰ ਹੈ, ਕਿਉਂਕਿ ਉਸ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। ਜਿਸ ਨਿਆਸਰੇ ਬੰਦੇ ਨੂੰ ਵੀ ਗੁਰੂ ਨੇ
ਪਰਮਾਤਮਾ ਦੇ ਸੋਹਣੇ ਚਰਨਾਂ ਦੀ ਪ੍ਰੀਤ ਦਾ ਧਨ ਦਿੱਤਾ ਹੈ, ਉਸ ਨੂੰ ਲੋਕ ਪਰਲੋਕ ਵਿੱਚ ਆਦਰ ਮਿਲ ਜਾਂਦਾ ਹੈ। ਹੇ ਮੇਰੇ ਮਨ, ਅੱਠੇ ਪਹਿਰ ਪਰਮਾਤਮਾ ਦੇ ਗੁਣ ਗਾਉਂਦਾ ਰਹੋ। ਸੰਗਤ ਜੀ, ਅੱਠੇ ਪਹਿਰ ਮਤਲਬ 24 ਘੰਟੇ, 4 ਪਹਿਰ ਦਿਨ ਦੇ ਅਤੇ 4 ਪਹਿਰ ਰਾਤ ਦੇ, ਇਹ ਕੁੱਲ ਬਣਦੇ ਨੇ 8 ਪਹਿਰ। ਇੱਕ ਪਹਿਰ ਦੇ ਵਿੱਚ ਲਗਭਗ 3 ਘੰਟੇ ਹੁੰਦੇ ਨੇ, ਤੇ ਅੰਮ੍ਰਿਤ ਵੇਲੇ ਜਿਹੜਾ ਰਾਤ ਦਾ ਪਿਛਲਾ ਪਹਿਰ ਆ, ਉਸ ਦੇ ਵਿੱਚ ਨਾਮ ਜਪਣ ਦੀ ਸਭ ਤੋਂ ਜ਼ਿਆਦਾ ਮਹਾਨਤਾ ਹੈ ਜੀ। ਅੱਠੇ ਪਹਿਰ ਪਰਮਾਤਮਾ ਦੇ ਗੁਣ ਗਾਉਂਦਾ ਰਹੋ। ਇਹ ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ। ਇਹੀ ਇੰਦਰੀਆਂ ਨੂੰ ਕਾਬੂ ਕਰਨ ਦਾ ਅਟਲ ਸਾਧਨ ਹੈ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਨੂੰ ਪ੍ਰਭੂ ਮਿਹਰ ਕਰਕੇ ਮਿਲ ਪੈਂਦਾ ਹੈ। ਉਸ ਨੂੰ ਆਤਮਿਕ ਮੌਤ ਨਹੀਂ ਆਉਂਦੀ, ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ। ਜਦੋਂ ਮੈਂ ਧਰਤੀ ਦੇ ਮਾਲਕ ਪ੍ਰਭੂ ਨੂੰ ਸਿਮਰਦਾ ਹਾਂ, ਉਸ ਵੇਲੇ ਇਤਨੇ ਸੁਖ ਅਨੁਭਵ ਹੁੰਦੇ ਹਨ ਕਿ ਮੈਂ ਉਹਨਾਂ ਸੁੱਖਾਂ ਦਾ ਅੰਦਾਜ਼ਾ ਨਹੀਂ ਲਾ ਸਕਦਾ। ਜਿਨ੍ਹਾਂ ਬੰਦਿਆਂ ਨੇ ਨਾਮ ਰਸ ਚਖਿਆ ਹੈ, ਉਹ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਜਾਂਦੇ ਹਨ। ਪਰ ਜਿਹੜੀ ਜਿੰਦ ਨਾਮ ਜਪਦੀ ਹੈ, ਉਹੀ ਜਿੰਦ ਉਸ ਨਾਮ ਰਸ ਨੂੰ ਸਮਝਦੀ ਹੈ। ਪ੍ਰੀਤਮ ਬਖਸ਼ਨਹਾਰ ਪ੍ਰਭੂ ਸਾਧ ਸੰਗਤ ਵਿੱਚ ਟਿਕਿਆ ਹੀ ਮਨ ਵਿੱਚ ਵਸਦਾ ਹੈ। ਜਿਸ ਮਨੁੱਖ ਨੇ ਪਿਆਰੇ ਪ੍ਰਭੂ ਦਾ ਸਿਮਰਨ ਕੀਤਾ ਹੈ, ਉਹ ਰਾਜਿਆਂ ਦਾ ਰਾਜਾ ਬਣ ਗਿਆ ਹੈ। ਜਿਸ ਸਮੇਂ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾਏ, ਪਰਮਾਤਮਾ ਦੇ ਗੁਣ ਯਾਦ ਕੀਤੇ ਜਾਣ, ਉਸ ਸਮੇਂ ਮਾਨੋ ਕਰੋੜਾਂ ਤੀਰਥਾਂ ਦੇ ਇਸ਼ਨਾਨ ਹੋ ਜਾਂਦੇ ਹਨ। ਜੇ ਕੋਈ ਭਾਗਾਂ ਵਾਲੀ ਜੀਵ ਪਰਮਾਤਮਾ ਦੇ ਗੁਣ ਉਚਾਰਦੀ ਹੈ, ਤਾਂ ਹੋਰ ਕੋਈ ਦਾਨ ਇਸ ਕੰਮ ਦੀ ਬਰਾਬਰੀ ਨਹੀਂ ਕਰ ਸਕਦਾ। ਜਿਹੜਾ ਮਨੁੱਖ ਸਿਮਰਨ ਕਰਦਾ ਹੈ, ਉਸ ਦੇ ਮਨ ਵਿੱਚ, ਸਰੀਰ ਵਿੱਚ ਮਿਹਰਬਾਨ ਦਇਆਲ ਅਕਾਲ ਪੁਰਖ ਮਿਹਰ ਦੀ ਨਿਗਾਹ ਕਰਕੇ ਆ ਵਸਦਾ ਹੈ। ਇਹ ਜਿੰਦ, ਇਹ ਸਰੀਰ, ਇਹ ਧਨ ਸਭ ਕੁਝ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ। ਮੈਂ ਸਦਾ ਹੀ ਉਸ ਤੋਂ ਸਦਕੇ ਜਾਂਦਾ ਹਾਂ। ਜਿਸ ਮਨੁੱਖ ਨੂੰ ਕਰਤਾਰ ਨੇ ਆਪਣੇ ਚਰਨਾਂ ਵਿੱਚ ਜੋੜ ਲਿਆ ਹੈ, ਪ੍ਰਭੂ ਚਰਨਾਂ ਵਿੱਚ ਜੁੜਿਆ ਉਹ ਮਨੁੱਖ ਕਦੇ ਮਾਇਆ ਦੇ ਬੰਧਨਾਂ ਵਿੱਚ ਨਹੀਂ ਫਸਦਾ ਤੇ ਕਦੇ ਪ੍ਰਭੂ ਤੋਂ ਨਹੀਂ ਵਿਛੜਦਾ। ਸਦਾ ਥਿਰ ਰਹਿਣ ਵਾਲੇ ਸਿਰਜਣਹਾਰ ਨੇ ਆਪਣੇ ਦਾਸਾਂ ਦੇ ਮਾਇਆ ਦੇ ਬੰਧਨ ਸਦਾ ਲਈ ਕੱਟ ਦਿੱਤੇ ਹੁੰਦੇ ਹਨ। ਜੇ ਉਸ ਦਾ ਦਾਸ ਪਹਿਲਾਂ ਕੁਰਾਹੇ ਪੀ ਪੈ ਗਿਆ ਸੀ ਤੇ ਫਿਰ ਉਸ ਦੀ ਸ਼ਰਨ ਆਇਆ ਹੈ, ਤਾਂ ਉਸ ਪ੍ਰਭੂ ਨੇ ਉਸ ਦੇ ਪਹਿਲੇ ਗੁਣ ਔਗਣ ਨਾ ਵਿਚਾਰ ਕੇ ਉਸ ਨੂੰ ਸਹੀ ਰਸਤੇ ਉੱਤੇ ਪਾ ਦਿੱਤਾ ਹੈ। ਹੇ ਨਾਨਕ, ਉਸ ਪ੍ਰਭੂ ਦੀ ਸ਼ਰਨ ਪਾਓ ਜੋ ਸਾਰੇ ਸਰੀਰਾਂ ਦਾ, ਜੀਵਾਂ ਦਾ ਆਸਰਾ ਹੈ।